हाँ जी, की हाल चाल है सारिਆਂ ਦਾ ठीक ठाक हो? ਕਰਦੇ ਹਾਂ ਜੀ ਅੱਜ ਦਾ ਲੈਕਚਰ ਸ਼ੁਰੂ ਕਰਦੇ ਹਾਂ। ਕੱਲ ਪਿਛਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਦੋ ਥਿਊਰੀਜ਼ ਡਿਸਕਸ ਕੀਤੀਆਂ ਸੀ। ਇੱਕ ਤਾਂ ਵੈਲੈਂਸ ਬੌਂਡ ਥਿਊਰੀ, ਇੱਕ CFT ਕ੍ਰਿਸਟਲ ਫੀਲਡ ਜਿਹੜੀ ਥਿਊਰੀ ਸੀ, ਕ੍ਰਿਸਟਲ ਫੀਲਡ ਸਪਲਿਟਿੰਗ ਥਿਊਰੀ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਪ੍ਰੋਪਰਲੀ ਥਿਊਰੀ ਦੀ ਗੱਲ ਕਰਦਾ ਸਮਝ ਆ ਗਈ ਹੋਊਗੀ ਕਿ ਪੇਪਰ 'ਚ ਅਜੇ ਤੱਕ ਕੀ ਲਿਖਣਾ। ਹੁਣ ਉਹਨਾਂ ਥਿਊਰੀਆਂ ਦੇ ਬੇਸਿਸ ਦੇ ਉੱਪਰ ਕੁਐਸਚਨ ਆਉਣਗੇ ਤੁਹਾਨੂੰ, ਡਿਸਕਸ ਇਨ ਡਿਟੇਲ। ਪਿਛਲੀ ਕਲਾਸ 'ਚ ਵੀ ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਸੀ ਕਿ ਪੁੱਛਣਗੇ ਡਿਸਕਸ ਇਨ ਡਿਟੇਲ। ਤਾਂ ਆਪਾਂ ਸਾਰੇ ਕੁਐਸਚਨ ਕ੍ਰਿਸਟਲ ਫੀਲਡ ਦੇ ਅਕੋਰਡਿੰਗ ਹੈਂਡਲ ਕਰਨੇ ਆ। ਕ੍ਰਿਸਟਲ ਫੀਲਡ ਦੇ ਅਕੋਰਡਿੰਗ ਮੈਂ ਹੈਂਡਲ ਅੱਜ ਤੁਹਾਨੂੰ ਸ਼ਾਰਟਕਟ ਦੇ ਰਿਹਾ ਕਿ ਕਿਵੇਂ ਸਟੈਪ ਲੈਣੇ ਆ, ਕਿੱਦਾਂ ਉਹਨਾਂ ਨੂੰ ਹੈਂਡਲ ਕਰਨਾ ਹੈ। ਬੁੱਕ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਹ ਘੱਟੋ ਘੱਟ 10-12 ਪੇਜ ਦਾ ਜਿਹੜਾ ਹੈਗਾ ਟੌਪਿਕ ਬਣਾਇਆ ਹੋਇਆ ਇਹਨਾਂ ਨੇ, ਬਟ ਆਪਾਂ 2 ਪੇਜ ਦੇ ਵਿੱਚ ਹੀ 2.5 ਪੇਜ ਦੇ ਵਿੱਚ ਇਹਨੂੰ ਕੰਪਲੀਟ ਕਰ ਦੇਣਾ। ਸਮਝਾਊਂਗਾ 1.5 ਪੇਜ ਦਾ, ਅਤੇ ਪ੍ਰੈਕਟਿਸ ਚਾਹੇ ਤੁਸੀਂ 50 ਪੇਜ ਦੀ ਕਰ ਲਓ। ਸਾਰੇ ਕੁਐਸਚਨ ਤੁਹਾਡੇ ਸੋਲਵ ਹੋਣਗੇ ਅਗਰ ਇਹ ਸਮਝ ਆ ਗਿਆ। ਬੜਾ ਆਸਾਨ ਤਰੀਕੇ ਨਾਲ ਬਣਾਇਆ ਹੋਇਆ, ਸਿਸਟੇਮੈਟਿਕ। ਟੌਪਿਕ ਸ਼ੁਰੂ ਕਰ ਰਹੇ ਹਾਂ ਡਿਸਕਸ ਇਨ ਡਿਟੇਲ, ਹੈ ਨਾ। ਇਹ ਤੁਸੀਂ ਮਨ 'ਚ ਹੀ ਰੱਖਣਾ ਹੈ, ਲਿਖਣਾ ਨਹੀਂ ਹੈ। ਸ਼ਾਰਟਕਟ ਲਿਖਾ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕੀ ਲਿਖੋਗੇ, ਜਦੋਂ ਆਪਾਂ ਨੂੰ ਕੁਐਸਚਨ ਆ ਗਿਆ ਉਹਨੂੰ ਕਿੱਦਾਂ ਹੈਂਡਲ ਕਰਨਾ, ਉਹਦੇ ਲਈ ਤੁਹਾਨੂੰ ਸ਼ਾਰਟਕਟ ਦੇ ਰਿਹਾ। ਲਿਖ ਲਓ ਕਾਪੀ ਦੇ ਉੱਪਰ ਜਿਹੜੇ ਲੀਗੈਂਡਸ ਹੁੰਦੇ ਨੇ, ਲੀਗੈਂਡਸ ਕਰੋ ਸਟਾਰਟ। ਲੀਗੈਂਡਸ ਜਿਹੜੇ ਹੁੰਦੇ ਨੇ 3 ਟਾਈਪ ਦੇ ਹੁੰਦੇ। ਲੀਗੈਂਡਸ ਆਰ ਆਫ 3 ਟਾਈਪ ਜਾਂ ਕੈਟਾਗਰੀ ਆਫ ਲੀਗੈਂਡਸ 3 ਟਾਈਪ ਦੀ ਹੁੰਦੀ ਹੈ। 99.999% ਕੇਸਿਸ ਦੇ ਵਿੱਚ ਇਹੀ ਡਿਸਕਸ ਹੋਣਗੇ ਜੋ ਮੈਂ ਤੁਹਾਨੂੰ ਕਰਵਾਉਂਗਾ। ਲੀਗੈਂਡਸ ਵੀ ਸੈਂਟਰਲ ਐਲੀਮੈਂਟ। 3 ਟਾਈਪ ਦੀ ਕੈਟਾਗਰੀਆਂ ਨੂੰ ਤੁਸੀਂ ਇੱਦਾਂ ਡਿਵਾਈਡ ਕਰ ਲਓਗੇ। ਸ਼ਾਰਟਕਟ ਲਿਖਾ ਰਿਹਾ ਤੁਹਾਨੂੰ, ਕਿਸੇ ਬੁੱਕ 'ਚ ਨਹੀਂ ਮਿਲਣਾ ਤੁਹਾਨੂੰ। ਇਹਨੂੰ ਪ੍ਰੋਪਰ ਬਣਾ ਲਿਓ ਅਤੇ ਪ੍ਰੋਪਰ ਸਮਝ ਲਿਓ। ਸਟਰੋਂਗ ਲੀਗੈਂਡਸ, ਵੀਕ ਲੀਗੈਂਡਸ, ਅਤੇ ਤੀਸਰੀ ਕੈਟਾਗਰੀ ਇੰਟਰਮੀਡੀਏਟ ਲੀਗੈਂਡਸ। ਪਹਿਲਾਂ ਮੈਂ ਗੱਲ ਕਰਦਾ ਸਟਰੋਂਗ ਲੀਗੈਂਡ ਦੀ। ਸਟਰੋਂਗ ਲੀਗੈਂਡ ਤੁਹਾਡੇ ਸਿਲੇਬਸ ਦੇ ਵਿੱਚ ਕਿਹੜੇ ਕਿਹੜੇ ਆਉਣਗੇ? ਜਾਂ ਤਾਂ ਕੋਬਾਲਟ ਆਊਗਾ ਜੀ, ਕਾਰਬੋਨਾਈਲ ਗਰੁੱਪ ਵੀ ਕਹਿ ਦਿੰਦੇ ਆ, ਜਾਂ CN ਨੈਗੇਟਿਵ ਆਊਗਾ ਸਾਇਨਾਈਡ, ਜਾਂ NO2 ਨੈਗੇਟਿਵ। ਇਹੀ ਲੀਗੈਂਡ ਸਟਰੋਂਗ ਦੇ ਵਿੱਚ ਸਟੱਡੀ ਹੁੰਦੇ ਨੇ। ਇਹੀ ਤੁਹਾਡੇ ਮੈਕਸੀਮਮ ਕੁਐਸਚਨ ਦੇ ਵਿੱਚ, ਜਿਹੜੇ ਮੈਕਸੀਮਮ ਕੁਐਸਚਨ ਦੇ ਵਿੱਚ ਤੁਹਾਨੂੰ ਇਹਨਾਂ 'ਚੋਂ ਹੀ ਕੋਈ ਨਾ ਕੋਈ ਲੀਗੈਂਡ ਆ ਜੂ ਸਟਰੋਂਗ 'ਚੋਂ। ਹੁਣ ਸਟਰੋਂਗ ਲੀਗੈਂਡ ਵਾਲੇ ਕੇਸਿਸ ਦੇ ਵਿੱਚ ਇਹਨਾਂ ਦੀਆਂ ਇੱਕ ਵਾਰੀ ਕਰੈਕਟਰਿਸਟਿਕਸ ਲਿਖ ਲਓ। ਥੋੜ੍ਹੀਆਂ ਬਹੁਤ ਤੁਹਾਨੂੰ ਸਮਝ ਆ ਜਾਣਗੀਆਂ, ਥੋੜ੍ਹੀਆਂ ਬਹੁਤ ਪ੍ਰੈਕਟੀਕਲੀ ਜਦੋਂ ਕਰਵਾਊਂਗਾ ਉਦੋਂ ਕਲੀਅਰ ਹੋਣਗੀਆਂ। ਹੁਣ ਪਹਿਲੀ ਜਿਹੜੀ ਇਹਨਾਂ ਦੀ ਪ੍ਰੋਪਰਟੀ ਹੈਗੀ ਹੈ ਸਟਰੋਂਗ ਵਾਲੇ ਕੇਸ ਦੇ ਵਿੱਚ, ਕੀ ਲਿਖਣਾ ਹੈ? ਫਸਟ ਇਹਨਾਂ ਦੀ ਪ੍ਰੋਪਰਟੀ, ਦੇ ਆਲਵੇਜ਼ ਪੇਅਰ ਦਾ ਇਲੈਕਟ੍ਰੋਨ ਅਪ ਟੂ ਵਿਚ ਐਕਸਟੈਂਟ ਪੋਸੀਬਲ। ਜਿੱਥੋਂ ਤੱਕ ਹੋ ਸਕਦਾ ਇਹ ਪੇਅਰ ਕਰਦੇ ਨੇ ਇਲੈਕਟ੍ਰੋਨਸ ਨੂੰ। ਜੇ ਇਹਨਾਂ ਨੂੰ ਕਿਤੇ ਅਨਪੇਅਰਡ ਇਲੈਕਟ੍ਰੋਨ ਪਏ ਨੇ ਤਾਂ ਇਹ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਪੇਅਰ ਕਰ ਦੇਣ, ਵੱਧ ਤੋਂ ਵੱਧ ਪੇਅਰ ਕਰ ਦੇਣ। ਪਹਿਲਾ ਪੁਆਇੰਟ। ਦੂਸਰਾ ਇਹਨਾਂ ਦੀ ਸ਼ਾਰਟਕਟ ਜਿਹੜਾ ਪੁਆਇੰਟ ਬਣਾਇਆ ਉਹ ਲਿਖੋ, ਜਨਰਲੀ ਫਾਰਮ ਲੋ ਸਪਿਨ ਕੰਪਲੈਕਸ। ਜਨਰਲੀ ਦੇ ਫਾਰਮ ਲੋ ਸਪਿਨ ਕੰਪਲੈਕਸ। ਜਨਰਲੀ ਦੀ ਜਗ੍ਹਾ 'ਤੇ ਤੁਸੀਂ ਆਲਵੇਜ਼ ਵੀ ਲਿਖ ਸਕਦੇ ਹੋ, ਕਿਉਂਕਿ ਇਹਨਾਂ ਨੇ ਪੇਅਰ ਹੀ ਕਰਨਾ। ਲੋ ਸਪਿਨ ਕੰਪਲੈਕਸ ਹੀ ਬਣਾਉਂਦੇ ਨੇ। ਹੁਣ ਸਪਿਨ ਦਾ ਸਿਸਟਮ ਕੀ ਹੁੰਦਾ ਹੈ? D ਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਦੇਖਣੇ ਆ, D ਐਂਡ S ਦੇ ਵਿੱਚ। ਜੇ ਤੁਹਾਨੂੰ ਅਨਪੇਅਰਡ ਇਲੈਕਟ੍ਰੋਨ 2 ਦਿਖਾਈ ਦਿੰਦੇ ਨੇ, 1 ਜਾਂ 2 ਦਿਖਾਈ ਦਿੰਦੇ ਨੇ, ਤਾਂ ਲੋ ਸਪਿਨ ਹੁੰਦਾ। ਅਨਪੇਅਰਡ ਇਲੈਕਟ੍ਰੋਨ ਦੀ ਜਿਹੜੀ ਕਾਊਂਟਿੰਗ ਹੈ, ਨੰਬਰਿੰਗ ਹੈ, ਅਗਰ ਉਹ 2 ਤੋਂ ਐਕਸਟੈਂਡ ਕਰ ਜਾਂਦੀ ਆ ਤਾਂ ਉਹ ਹਾਈ ਸਪਿਨ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸਪਿਨ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਸਪਿਨ ਨੇ, ਲੋ ਸਪਿਨ ਨਾਲ ਹਾਈ ਸਪਿਨ, ਤਾਂ ਇਹ ਜਨਰਲੀ ਜਦੋਂ ਆਪਾਂ ਨੂੰ ਪਤਾ ਪੇਅਰ ਕਰ ਦੇਣਗੇ ਤਾਂ ਅਨਪੇਅਰਡ ਬਚਣਗੇ ਘੱਟ, ਤਾਂ ਲੋ ਸਪਿਨ ਹੀ ਬਣਾਉਂਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਪੁਆਇੰਟ ਲਿਖੋ, ਜਿਹੜੇ ਕੰਪਲੈਕਸ ਜਿਹੜੇ ਬਣਨਗੇ ਇਹਨਾਂ ਥਰੂ, ਜਿਹੜੇ ਕੰਪਲੈਕਸ ਬਣਦੇ ਨੇ, ਡਾਇਆਮੈਗਨੈਟਿਕ ਔਰ ਪੈਰਾਮੈਗਨੈਟਿਕ, ਦੋਨੋਂ ਬਣਦੇ ਨੇ। ਡਾਇਆ ਵੀ ਹੋ ਸਕਦੇ ਨੇ ਅਤੇ ਪੈਰਾ ਵੀ ਹੋ ਸਕਦੇ ਨੇ। ਠੀਕ ਹੈ ਜੀ। ਇਹਦੇ ਨਾਲ ਬ੍ਰੈਕਟ 'ਚ ਲਿਖ ਸਕਦੇ ਹੋ ਤੁਸੀਂ, ਇਫ ਆਲ ਇਲੈਕਟ੍ਰੋਨਸ ਆਰ ਪੇਅਰ। ਜੇ ਸਾਰੇ ਇਲੈਕਟ੍ਰੋਨ ਪੇਅਰ ਹੋ ਗਏ ਤਾਂ ਇਹ ਡਾਇਆ ਬਣ ਜਾਣਗੇ। ਜੇ ਤੁਹਾਨੂੰ ਕਿਤੇ 1 ਇਲੈਕਟ੍ਰੋਨ ਵੀ ਅਨਪੇਅਰਡ ਦਿਖਾਈ ਦਿੰਦਾ, ਮੰਨ ਲਓ ਔਡ ਇਲੈਕਟ੍ਰੋਨ ਆ ਗਏ D ਦੇ ਵਿੱਚ, 5 ਇਲੈਕਟ੍ਰੋਨ ਆ ਗਏ, ਤਾਂ ਪੇਅਰ ਹੋ ਕੇ 2-2 ਦੇ ਪੇਅਰ ਬਣ ਗਏ, 4 ਤਾਂ ਉੱਥੇ ਕੰਪਲੀਟ ਹੈ। 1 ਇਲੈਕਟ੍ਰੋਨ ਇਕੱਲਾ ਰਹਿ ਜਾਏਗਾ ਤਾਂ ਅਨਪੇਅਰਡ ਹੋ ਗਿਆ, ਲੋ ਸਪਿਨ ਵੀ ਬਣ ਗਿਆ ਅਤੇ ਉਹ ਪੈਰਾਮੈਗਨੈਟਿਕ ਵੀ ਬਣ ਗਿਆ।
ਦੱਸਣ ਦੇ ਲਈ ਸਮਝਾਇਆ, ਤੁਹਾਨੂੰ ਸਮਝਾਉਣ ਦੇ ਲਈ ਦੱਸਿਆ। ਤੇ ਬ੍ਰੈਕਟ 'ਚ ਤੁਸੀਂ ਲਿਖ ਸਕਦੇ ਹੋ ਮਤਲਬ ਪੈਰਾ ਵੀ ਹੋ ਸਕਦਾ, ਡਾਇਆ ਵੀ, ਉਹ ਨੰਬਰ ਆਫ ਜਿਹੜੇ ਅਗਰ ਪੇਅਰਡ ਨੇ ਤਾਂ ਡਾਇਆ, ਅਦਰਵਾਈਜ਼ ਇੱਕ ਵੀ ਅਨਪੇਅਰਡ ਬਚ ਗਿਆ ਤਾਂ ਪੈਰਾ। ਨੈਕਸਟ ਇਹਨਾਂ ਦਾ ਪੁਆਇੰਟ ਬਣਾਓ, ਇਫ ਜਿਹੜਾ ਆਲ ਇਲੈਕਟ੍ਰੋਨਸ ਆਰ ਪੇਅਰਡ, ਮਤਲਬ ਇਫ ਡਾਇਆ ਬਣ ਜਾਂਦਾ ਹੈ ਦੈਨ ਇਟ ਇਜ਼ ਕਲਰਲੈਸ, ਇਹਨਾਂ ਦਾ ਕੋਈ ਕਲਰ ਨਹੀਂ ਹੋਊਗਾ। ਜੇ ਉਹ ਕਿਤੇ ਅਨਪੇਅਰਡ ਰਹਿ ਗਿਆ, ਪੈਰਾ ਬਣ ਗਿਆ, ਤਾਂ ਉਹ ਕਲਰਡ ਕੰਪਲੈਕਸ ਹੋਏਗਾ। ਯਾਦ ਰੱਖ ਲਿਓ। ਹੋਪ ਕਿ ਤੁਹਾਨੂੰ ਲੀਗੈਂਡ ਦੇ ਵਿੱਚ ਸਟਰੋਂਗ ਦੇ ਪੁਆਇੰਟ ਸਮਝ ਆ ਗਏ ਹੋਣਗੇ, ਲਿਖ ਲਏ ਹੋਣਗੇ ਤੁਸੀਂ। ਉਸ ਤੋਂ ਬਾਅਦ ਦੂਸਰੀ ਮੈਂ ਬਿਲਕੁਲ ਆਪੋਜ਼ਿਟ ਚੱਲਦਾ, ਵੀਕ ਲੀਗੈਂਡ। ਵੀਕ ਲੀਗੈਂਡ ਜਿਹੜੇ ਹੈਗੇ ਨੇ ਉਹ ਕਿਹੜੇ ਕਿਹੜੇ ਯੂਜ਼ ਹੋਣਗੇ? ਤੁਹਾਡੇ 100% ਆਹੀ ਯੂਜ਼ ਹੋਣਗੇ। ਜਾਂ ਵਾਟਰ ਯੂਜ਼ ਹੋ ਜਾਊਗਾ, ਫਲੋਰੀਨ ਹੋ ਜਾਊਗਾ ਨੈਗੇਟਿਵ, ਕਲੋਰੀਨ ਨੈਗੇਟਿਵ, ਬ੍ਰੋਮੀਨ ਜਾਂ ਆਇਓਡੀਨ ਨੈਗੇਟਿਵ। ਕਹਿਣ ਦਾ ਭਾਵ ਸਾਰੀਆਂ ਹੈਲੋਜਨਸ, ਇਹ ਵੀਕ ਲੀਗੈਂਡ ਨੇ। ਹੁਣ ਇਹਨਾਂ ਦੀਆਂ ਕਰੈਕਟਰਿਸਟਿਕਸ ਲਿਖੋ। ਇਹਨਾਂ ਦੀਆਂ ਕਰੈਕਟਰਿਸਟਿਕਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਬਿਲਕੁਲ ਸਟਰੋਂਗ ਦੇ ਆਪੋਜ਼ਿਟ ਨੇ। ਨੈਵਰ ਪੇਅਰ, ਇੱਥੇ ਕੀ ਲਿਖਿਆ ਜੀ? ਆਲਵੇਜ਼ ਪੇਅਰਡ ਅਪ ਟੂ ਵਿਚ ਐਕਸਟੈਂਟ ਪੋਸੀਬਲ। ਬਟ ਵੀਕ ਦੇ ਕੇਸ 'ਚ ਫਸਟ ਪੁਆਇੰਟ ਬਣਾਉਂਗੇ, ਦੇ ਨੈਵਰ ਪੇਅਰ ਦੀ ਇਲੈਕਟ੍ਰੋਨਸ। ਜਿੰਨੇ ਇਲੈਕਟ੍ਰੋਨ ਪਏ ਨੇ ਅਨਪੇਅਰਡ ਐਜ਼ ਇਟ ਇਜ਼ ਰਹਿਣਗੇ, ਇਹਨਾਂ ਨੂੰ ਕੋਈ ਸਿਰਦਰਦੀ ਨਹੀਂ ਹੈਗੀ ਵੀ ਪੇਅਰ ਕਰਨਾ ਇਹਨਾਂ ਨੂੰ। ਨੈਵਰ ਪੇਅਰ। ਜਦੋਂ ਪੇਅਰ ਹੀ ਨਹੀਂ ਕਰਦੇ, ਸੈਕੰਡ ਪੁਆਇੰਟ ਬਣ ਜਾਊਗਾ ਆਲਵੇਜ਼ ਫਾਰਮ ਹਾਈ ਸਪਿਨ ਕੰਪਲੈਕਸ। ਜਨਰਲੀ ਫਾਰਮ ਹਾਈ ਸਪਿਨ ਕੰਪਲੈਕਸ, ਕਿਉਂਕਿ ਜੇ ਤਾਂ ਅਨਪੇਅਰਡ ਇਲੈਕਟ੍ਰੋਨ ਹੀ 2 ਨੇ ਤਾਂ ਲੋ ਸਪਿਨ ਹੋਊਗਾ। ਅਗਰ 2 ਤੋਂ ਜ਼ਿਆਦਾ ਆ ਗਏ ਤਾਂ ਤੁਹਾਨੂੰ ਦੱਸਿਆ ਸਪਿਨ ਹਾਈ ਬਣ ਜਾਂਦੀ ਹੈ, ਤਾਂ ਇਹ ਹਾਈ ਸਪਿਨ ਹੀ ਬਣਾਉਂਦੇ ਨੇ। ਜ਼ਿਆਦਾਤਰ ਕੇਸਿਸ ਦੇ ਵਿੱਚ, ਰੇਅਰ ਕੇਸ ਹੈ ਕਿ ਇਹਨਾਂ ਵਾਲੇ ਵੀਕ ਵਾਲੇ ਕੰਪਲੈਕਸ ਦੇ ਵਿੱਚ 2 ਅਨਪੇਅਰਡ ਇਲੈਕਟ੍ਰੋਨ ਰਹਿਣ, ਅਦਰਵਾਈਜ਼ 3 ਜਾਂ 3 ਤੋਂ ਜ਼ਿਆਦਾ ਹੀ ਰਹਿੰਦੇ ਨੇ ਤਾਂ ਹਾਈ ਸਪਿਨ ਕੰਪਲੈਕਸ ਹੀ ਬਣਾਉਂਦੇ ਨੇ। ਅਗਰ 2 ਰਹਿ ਗਏ ਤਾਂ ਤੁਹਾਨੂੰ ਪਤਾ ਕਿ 2 ਤੱਕ ਲੋਰ ਦੀ ਆਪਾਂ ਸਟੱਡੀ ਚੱਲਦੀ ਹੈ। ਠੀਕ ਹੈ ਜੀ, ਜਨਰਲੀ ਫਾਰਮ ਹਾਈ ਸਪਿਨ ਕੰਪਲੈਕਸ। ਹੁਣ ਜਦੋਂ ਸਾਰੇ ਅਨਪੇਅਰਡ ਨੇ ਤਾਂ ਕੀ ਹੋਣਗੇ? ਸਾਰੇ ਆਲਵੇਜ਼ ਪੈਰਾ ਮੈਗਨੈਟਿਕ ਕੰਪਾਊਂਡ ਬਣਾਉਣ। ਨੈਕਸਟ ਪੁਆਇੰਟ, ਆਲਵੇਜ਼ ਫਾਰਮ ਪੈਰਾ ਮੈਗਨੈਟਿਕ ਕੰਪਾਊਂਡ। ਜਦੋਂ ਪੈਰਾ ਮੈਗਨੈਟਿਕ ਕੰਪਾਊਂਡ ਬਣਾਉਂਦੇ ਨੇ ਤਾਂ ਇਹ ਆਲਵੇਜ਼ ਕਲਰਡ ਕੰਪਾਊਂਡ। ਨੈਕਸਟ ਪੁਆਇੰਟ, ਆਲਵੇਜ਼ ਕਲਰਡ ਕੰਪਾਊਂਡ ਬਣਾਉਂਦੇ ਨੇ। ਠੀਕ ਹੈ ਜੀ, ਆਲਵੇਜ਼ ਕਲਰਡ। ਤਾਂ ਇਹਨਾਂ ਦੇ ਪੁਆਇੰਟ ਜਿਹੜੇ ਹੈਗੇ ਨੇ, ਹੋਪ ਕਿ ਤੁਹਾਨੂੰ ਸਮਝ ਆ ਗਏ ਹੋਣਗੇ, ਉਹਦੇ ਬਿਲਕੁਲ ਆਪੋਜ਼ਿਟ ਨੇ। ਪੇਅਰ ਨਹੀਂ ਕਰਦੇ, ਹਾਈ ਸਪਿਨ ਬਣ ਗਏ, ਪੈਰਾ ਬਣ ਗਏ, ਕਲਰਡ ਬਣ ਗਏ। ਹੁਣ ਗੱਲ ਕਰਦਾ ਮੈਂ ਇੰਟਰਮੀਡੀਏਟ ਲੀਗੈਂਡਸ ਦੀ। ਅਗਰ ਇੰਟਰਮੀਡੀਏਟ ਲੀਗੈਂਡ ਪਤਾ ਤੁਹਾਨੂੰ ਕੀ ਹੁੰਦੇ ਨੇ, ਪਿੱਛੇ ਆਪਾਂ ਡਿਸਕਸ ਕੀਤਾ ਹੋਇਆ। ਅਗਰ ਇੰਟਰਮੀਡੀਏਟ ਲੀਗੈਂਡ ਹੈ ਤਾਂ 99.9% ਕੇਸਿਸ ਦੇ ਵਿੱਚ ਜਿਹੜਾ ਲੀਗੈਂਡ ਯੂਜ਼ ਹੁੰਦਾ ਇੰਟਰਮੀਡੀਏਟ, ਉਹ ਹੁੰਦਾ ਅਮੋਨੀਆ ਯੂਜ਼ ਕਰਦੇ ਆ। ਤੁਹਾਡੇ ਸਿਲੇਬਸ 'ਚ ਅਮੋਨੀਆ ਹੀ ਯੂਜ਼ ਹੋਊਗਾ, ਜਾਂ ਫਿਨਾਈਲ ਮਤਲਬ ਬੈਂਜ਼ੀਨ ਰਿੰਗ ਯੂਜ਼ ਹੋ ਜਾਊਗੀ। ਪਰ ਤੁਹਾਡਾ ਜਿਹੜਾ +2 ਤੱਕ ਦੇ ਲੈਵਲ ਦੇ ਵਿੱਚ ਮਤਲਬ ਤੁਸੀਂ 99.999% ਤੁਹਾਨੂੰ ਅਮੋਨੀਆ ਦੀ ਹੀ ਸਟੱਡੀ ਕਰਨੀ ਹੈ, ਜਾਂ ਬੈਂਜ਼ੀਨ ਰੇਅਰ ਕੇਸ ਹੈ ਅਗਰ 0.0001 ਆ ਜੇ। ਠੀਕ ਹੈ ਜੀ, ਫਿਨਾਈਲ ਗਰੁੱਪ। ਚਲੋ, ਅਮੋਨੀਆ ਜਦੋਂ ਆ ਗਿਆ ਤਾਂ ਇੰਟਰਮੀਡੀਏਟ ਹੈ, ਤਾਂ ਤੁਹਾਨੂੰ ਦੇਖਣਾ ਪਊਗਾ ਵੀ ਆਪਾਂ ਇਹਦਾ ਕੀ ਕਰਨਾ ਹੈ। ਉਹਦੇ ਵਿੱਚ ਸ਼ਾਰਟਕਟ ਨਾਲ ਕੋਰਲੇਟ ਕਰ ਦਿੰਦਾ। ਅਗਰ ਸੈਂਟਰਲ ਐਲੀਮੈਂਟ ਦੇ ਕੋਲੇ ਇਵਨ ਨੰਬਰ ਆਫ ਇਲੈਕਟ੍ਰੋਨ ਨੇ, ਅਗਰ ਅਮੋਨੀਆ ਆ ਗਿਆ, ਇੰਟਰਮੀਡੀਏਟ ਲੀਗੈਂਟ ਆ ਗਿਆ, ਤਾਂ ਉਹ ਦੋਨਾਂ ਦੀ ਤਰ੍ਹਾਂ ਬਿਹੇਵ ਕਰ ਸਕਦਾ ਜੀ। ਉਹ ਸਟਰੋਂਗ ਵੀ ਬਣ ਜਾਂਦਾ, ਉਹ ਵੀਕ ਵੀ ਬਿਹੇਵ ਕਰਦਾ ਹੈ। ਇੰਟਰਮੀਡੀਏਟ ਹੈ, ਕਿਸੇ ਵੀ ਪਾਸੇ ਉਹ ਜਾ ਸਕਦਾ ਹੈ। ਉਹਦੇ ਲਈ ਮੈਂ ਸ਼ਾਰਟਕਟ ਦੱਸ ਦਿੰਦਾ। ਅਗਰ ਤਾਂ ਇਵਨ ਨੰਬਰ ਆਫ ਇਲੈਕਟ੍ਰੋਨ ਨੇ ਤਾਂ ਉਹ ਸਟਰੋਂਗ ਬਿਹੇਵ ਕਰੂਗਾ ਜੀ। ਇਵਨ ਨੰਬਰ ਆਫ ਇਲੈਕਟ੍ਰੋਨ ਨੇ ਸਟਰੋਂਗ ਬਿਹੇਵ ਕਰੂਗਾ। ਔਡ ਨੰਬਰ ਆਫ ਇਲੈਕਟ੍ਰੋਨ ਆ ਜਾਂਦੇ ਨੇ ਤਾਂ ਉਹ ਵੀਕ ਬਿਹੇਵ ਕਰੂਗਾ। ਸਮਝ ਆ ਗਈ ਜੀ। ਹੁਣ ਇਵਨ ਤੇ ਔਡ ਇਲੈਕਟ੍ਰੋਨ ਦਾ ਤੁਹਾਨੂੰ ਪ੍ਰੈਕਟੀਕਲੀ ਕਰਕੇ ਦਿਖਾਊਂਗਾ ਵੀ ਕਿੱਥੇ ਜਾ ਕੇ ਤੁਸੀਂ ਦੇਖਣਾ ਜਦੋਂ ਅਮੋਨੀਆ ਆ ਗਿਆ ਕਿ ਇਵਨ ਇਲੈਕਟ੍ਰੋਨ ਨੇ ਜਾਂ ਔਡ ਨੇ, ਉਹ ਪ੍ਰੈਕਟੀਕਲੀ ਦੱਸੋ। ਹੋਪ ਕਿ ਤੁਹਾਨੂੰ ਲੀਗੈਂਡਸ ਦੇ ਲਈ ਜਿਹੜਾ ਸ਼ਾਰਟਕਟ ਮੇਰਾ ਬਣਾਇਆ ਹੋਇਆ ਇਹ ਸਮਝ ਆ ਗਿਆ ਹੋਊਗਾ। ਨੈਕਸਟ ਸਟੈਪ ਲੈਂਦੇ ਹਾਂ, ਲੀਗੈਂਡਸ ਤੋਂ ਬਾਅਦ ਸੈਂਟਰਲ ਐਲੀਮੈਂਟ ਦੀ ਗੱਲ ਕਰਦੇ ਹਾਂ। 99.9% ਕੇਸਿਸ ਦੇ ਵਿੱਚ 0.1% ਕੇਸ ਹੋਰ ਬਣਦਾ, ਉਹ ਵੀ ਦੱਸੂਗਾ। 99.9 ਜਿਹੜਾ % ਕੇਸਿਸ ਦੇ ਵਿੱਚ ਜਿਹੜੇ ਸੈਂਟਰਲ ਐਲੀਮੈਂਟ ਤੁਹਾਨੂੰ ਡੀ ਬਲੋਕ ਦੀ ਫਸਟ ਲਾਈਨ ਆਊਗੀ, ਸਕਟਿਵ ਕਰ ਮੰਫੀ ਕੋਨੀ ਕੂਜਨ। ਸਕਟਿਵ ਕਰ ਮੰਫੀ ਕੋਨੀ ਕੂਜਨ, ਇਹ ਲਾਈਨ ਦੇ ਐਲੀਮੈਂਟ ਹੀ ਯੂਜ਼ ਹੋਣਗੇ। ਇਹਨਾਂ ਦੇ ਲਈ ਮੈਂ ਤੁਹਾਨੂੰ ਇੱਕ ਵਾਰੀ ਲਿਖਤਾ, ਦੁਬਾਰਾ ਤੁਸੀਂ ਵੀ ਲਿਖ ਸਕਦੇ ਹੋ। ਇਹਦਾ 21 ਹੈ, 22, 3, 4, 8, 30 ਤੱਕ ਇਹਨਾਂ ਦੀ ਨੰਬਰਿੰਗ ਚੱਲਦੀ ਹੈ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇਲੈਕਟ੍ਰੋਨ ਕਿੱਦਾਂ ਮੈਂਸ਼ਨ ਕਰਨੇ ਆ, ਇਹਦੇ ਵਿੱਚ 3d1 ਹੈ, 4s2 ਹੈ। 3d1 4s2, 21 ਦੇ ਵਿੱਚ d 'ਚ 1 s 'ਚ 2,
22 ਦੇ ਵਿੱਚ 3d2 4s2, 23 'ਚ 3d3 4s2, 24 'ਚ 3d4 ਨਹੀਂ ਆਊਗਾ ਕਿਉਂਕਿ ਕਾਪਰ ਤੇ ਕ੍ਰੋਮੀਅਮ ਦਾ ਕੇਸ ਹੈ। ਇਹਦੇ 'ਚ s ਵਾਲਾ ਇੱਕ ਇਲੈਕਟ੍ਰੋਨ ਸ਼ਿਫਟ ਹੋ ਜਾਂਦਾ। 3d5 4s1 ਹੋ ਗਿਆ। ਮੈਗਨੀਜ਼ ਦੇ ਵਿੱਚ 3d5 4s2 ਹੋ ਗਿਆ। ਆਇਰਨ ਦੇ ਵਿੱਚ 3d6 4s2 ਹੋ ਗਿਆ। ਕੋਬਾਲਟ ਦੇ ਵਿੱਚ ਜਿਹੜਾ ਹੈਗਾ 3d7 4s2 ਹੋ ਗਿਆ। ਨਿਕਲ ਦੇ ਵਿੱਚ 3d8 4s2 ਹੋ ਗਿਆ, 28 ਨੰਬਰ ਹੈ। ਕਾਪਰ ਦੇ ਵਿੱਚ 3d9 ਨਹੀਂ ਆਏਗਾ, 10 ਆ ਜਾਏਗਾ। 10 ਆ ਜਾਏਗਾ ਤੇ 4s ਕਿੰਨਾ ਹੋ ਜਾਊਗਾ ਜੀ 1 ਰਹਿ ਜਾਊਗਾ। ਉਸ ਤੋਂ ਬਾਅਦ ਆਪਾਂ ਜਿੰਕ ਦੀ ਗੱਲ ਕਰਨਾ 3d10 4s2। ਇਹ ਸੈਂਟਰਲ ਐਲੀਮੈਂਟ ਦੀ ਜਿਹੜੀ ਸਟੱਡੀ ਹੋਏਗੀ। ਹੁਣ ਆਪਾਂ ਇਹਦੀ ਜਦੋਂ ਆਪਾਂ ਨੂੰ ਲੀਗੈਂਟ ਬਾਰੇ ਤੇ ਸੈਂਟਰਲ ਐਲੀਮੈਂਟ ਬਾਰੇ ਪਤਾ ਚੱਲ ਗਿਆ ਤਾਂ ਇੱਕ ਲੈਟ ਕੁਐਸਚਨ ਆ ਗਿਆ। ਹੁਣ ਮੈਂ ਹੈਂਡਲ ਕਰਕੇ ਦਿਖਾਉਣਾ ਤੁਹਾਨੂੰ। ਕੁਐਸਚਨ ਆ ਗਿਆ ਤੁਹਾਨੂੰ, ਡਿਸਕਸ ਇਨ ਡਿਟੇਲ ਕਿਹੜਾ ਐਲੀਮੈਂਟ ਦਿੱਤਾ, ਕਿਹੜਾ ਕੰਪਲੈਕਸ ਦਿੱਤਾ, ਆਹ ਵਾਲਾ ਦਿੱਤਾ ਜੀ Mn ਦੇ ਨਾਲ 6 ਕਲੋਰੀਨ ਲਾ ਕੇ ਉੱਪਰ 4 ਨੈਗੇਟਿਵ ਦਿੱਤਾ। ਧਿਆਨ ਨਾਲ ਦੇਖ ਲਓ Mn ਕਿੱਦਾਂ ਇਹ ਕੁਐਸਚਨ ਆਊਗਾ, ਇਹਨੂੰ ਕਿੱਦਾਂ ਹੈਂਡਲ ਕਰਨਾ ਹੈ। 3 ਨੰਬਰ ਤੱਕ ਆਉਂਦਾ ਇਹ ਤੇ ਕਿਹੜੇ ਸਟੈਪ ਤੁਸੀਂ ਲੈਣੇ ਆ, ਸਟੈਪ ਮਾਰਕਿੰਗ ਇਹ 'ਚ ਹੁੰਦੀ ਹੈ। ਇੱਕ ਵੀ ਸਟੈਪ ਤੁਸੀਂ ਵਿੱਚੋਂ ਛੱਡਣਾ ਨਹੀਂ, ਖਾਣਾ ਨਹੀਂ। ਕੁਐਸਚਨ ਆ ਗਿਆ ਡਿਸਕਸ ਇਨ ਡਿਟੇਲ Mn ਉਹਦੇ ਨਾਲ 6 ਕਲੋਰੀਨ ਉੱਪਰ 4 ਨੈਗੇਟਿਵ। ਹੁਣ ਜਿਹੜੀ ਆ ਪੂਰੀ ਸ਼ਾਰਟਕਟ ਦੱਸੀ ਹੈ ਲੀਗੈਂਟਸ ਦੀ ਤੇ ਐਲੀਮੈਂਟ ਦੀ, ਉਹ ਜਿਹੜੀ ਹੈਗੀ ਹੈ ਉਹ ਤੁਹਾਨੂੰ ਅਪਲਾਈ ਕਰਕੇ ਦਿਖਾਉਣਾ। ਐਲੀਮੈਂਟਸ ਦੇ ਵਿੱਚ ਜਿਹੜਾ 0.1% ਕੇਸਿਸ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦੱਸਿਆ ਹੋਇਆ ਹੈਗਾ 99.9 ਕਿਹਾ ਸੀਗਾ, 0.1 ਤੁਹਾਨੂੰ ਪਲੈਟੀਨਮ ਆ ਸਕਦਾ PT। ਜੇ ਪਲੈਟੀਨਮ ਆ ਗਿਆ ਉਹਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੈ 5d9 4s1 ਮਤਲਬ 5d9 4s1 ਤੁਸੀਂ ਇਹਦੇ 'ਚ ਯੂਜ਼ ਕਰੋਗੇ ਜੀ ਪਲੈਟੀਨਮ ਦੇ ਵਿੱਚ। ਕਲੀਅਰ ਹੈ? 5d ਤੇ 6s1 ਯੂਜ਼ ਕਰੋ। ਠੀਕ ਹੈ, ਸੌਰੀ 5d10 6s1 ਆਹ ਵਾਲਾ ਯੂਜ਼ ਹੋਊਗਾ ਇਹਦੇ 'ਚ। ਕਲੀਅਰ ਹੈ ਜੀ? ਹਾਂਜੀ, ਇਹ 0.1% ਕੇਸਿਸ 'ਚ ਰੇਅਰ ਚਾਂਸ ਹੈ, ਅਦਰਵਾਈਜ਼ ਤੁਹਾਡਾ ਇਹਦੇ ਵਿੱਚ ਹੀ ਕੰਪਲੀਟ। ਚਲੋ ਹੋ ਤੇ ਸਮਝ ਆ ਗਿਆ ਹੋ। ਹੁਣ ਮੈਂ ਗੱਲ ਕਰਦਾ ਵੀ ਆਪਾਂ ਕਿੱਦਾਂ ਹੈਂਡਲ ਕਰਾਂਗੇ। ਸਭ ਤੋਂ ਪਹਿਲਾ ਸਟੈਪ ਹੋਊਗਾ ਸੈਂਟਰਲ ਐਲੀਮੈਂਟ। ਤੁਹਾਨੂੰ ਦੱਸਿਆ ਹੋਇਆ ਪਹਿਚਾਣ ਸਕੁਅਰ ਬ੍ਰੈਕਟ ਦੇ ਨਾਲ ਜਿਹੜਾ ਫਸਟ ਐਲੀਮੈਂਟ ਹੈ ਸੈਂਟਰਲ। ਦੇਖੋ ਕਿਹੜਾ ਹੈਗਾ Mn ਹੈ। Mn ਦਾ ਐਟੋਮਿਕ ਨੰਬਰ ਕਿੰਨਾ ਇਹਦੇ ਸੀਰੀ ਦੇ ਵਿੱਚ ਆ ਜਾਂਦਾ ਜੀ ਮੈਗਨੀਜ਼ 25 3d5 4s2 ਉਹੀ ਲਿਖਿਆ ਮੈਂ Mn 25 3d5 4s2 ਇਹ ਲਿਖਣਾ ਹੈ ਤੁਸੀਂ। ਉਸ ਤੋਂ ਬਾਅਦ ਇਹਨਾਂ ਦੇ ਔਰਬਿਟਲ ਬਣਾਓਗੇ। D ਆ ਸੀ, D ਦੇ 5 ਹੁੰਦੇ ਨੇ, 5 ਬਣਾਏ। S ਦੇ 2 ਹੁੰਦੇ ਨੇ, 4 S ਤੋਂ ਬਾਅਦ 4p ਤੇ 4d ਵੀ ਤੁਸੀਂ ਬਣਾਉਣਾ ਹੈ। ਇਲੈਕਟ੍ਰੋਨ ਹੋਣ ਨਾ ਹੋਣ ਤੁਹਾਨੂੰ ਬਣਾਉਣਾ ਪਊਗਾ ਕਿਉਂਕਿ ਹਜੇ ਤੁਹਾਨੂੰ ਇੰਨਾ ਐਕਸਪੀਰੀਅੰਸ ਨਹੀਂ ਹੋਇਆ ਕਿ ਆਊਟਰ ਕੰਪਲੈਕਸ ਬਣੂਗਾ ਜਾਂ ਇਨਰ ਕੰਪਲੈਕਸ। ਯਾਦ ਹੋਵੇ ਤੁਹਾਨੂੰ ਵੈਲੈਂਸ ਬੌਂਡ ਥਿਊਰੀ 'ਚ ਵੀ ਕ੍ਰਿਸਟਲ ਫੀਲਡ ਥਿਊਰੀ 'ਚ ਵੀ ਦੱਸਿਆ ਸੀ ਕੰਪਲੈਕਸ ਮੇ ਵੀ ਇਨਰ ਮੇ ਵੀ ਆਊਟਰ। ਹੁਣ ਆਪਾਂ ਨੂੰ ਨਹੀਂ ਪਤਾ ਕਿ 3d ਯੂਜ਼ ਹੋਊਗਾ ਇਨਰ ਯੂਜ਼ ਹੋਊਗਾ ਕਿ 4d ਆਊਟਰ ਯੂਜ਼ ਹੋਊਗਾ। ਇਸ ਕਰਕੇ ਤੁਸੀਂ ਇਹ ਬਣਾਉਣੇ ਹੀ ਬਣਾਉਣੇ ਨੇ, ਦੋ ਭਾਵੇਂ ਖਾਲੀ ਰਹੇ ਹਨ ਪਰ ਬਣਾਉਣੇ ਨੇ। ਠੀਕ ਹੈ ਜੀ, 5 ਇਲੈਕਟ੍ਰੋਨ ਇਹ 'ਚ ਯੂਜ਼ ਕਰ ਲਏ, 2 ਇਲੈਕਟ੍ਰੋਨ ਇਹਦੇ 'ਚ ਯੂਜ਼ ਕਰ ਲਏ। ਉਸ ਤੋਂ ਬਾਅਦ ਮੇਰਾ ਕੀ ਕੰਮ ਹੋਊਗਾ, ਸੈਂਟਰਲ ਐਲੀਮੈਂਟ ਨੂੰ ਇਹ ਨੋਰਮਲ ਲਿਖ ਲਿਆ। ਫਿਰ ਮੈਂ ਇਹਦੀ ਇਸ ਕੰਪਲੈਕਸ ਦੇ ਵਿੱਚ ਇਹਦੀ ਆਕਸੀਡੇਸ਼ਨ ਸਟੇਟ ਕੱਢੂੰਗਾ OS ਆਫ Mn ਦੀ X ਲੈ ਲਈ। ਕਲੋਰੀਨ ਦਾ ਮੈਨੂੰ ਪਤਾ -1 ਹੁੰਦਾ, 6 ਕਲੋਰੀਨ ਦਾ -6 ਹੋ ਗਿਆ। ਇਜ਼ ਇਕੁਅਲ ਟੂ ਚਾਰਜ ਕਿੰਨਾ -4 ਹੋ ਗਿਆ। ਕੈਲਕੂਲੇਟ ਕਰਕੇ +2 ਆਕਸੀਡੇਸ਼ਨ ਸਟੇਟ ਆ ਗਈ Mn ਦੀ। ਜਦੋਂ +2 ਆਕਸੀਡੇਸ਼ਨ ਸਟੇਟ ਆ ਗਈ ਤਾਂ ਮੈਂ Mn ਨੂੰ Mn2 ਪੋਜ਼ਿਟਿਵ ਲਿਖੂੰਗਾ। ਇਹ ਸਿਰਫ ਮੈਂ ਹਜੇ ਸਟੱਡੀ ਕਰ ਰਿਹਾ, ਟਰੀਟ ਕਰ ਰਿਹਾ, ਹੈਂਡਲ ਕਰ ਰਿਹਾ ਕੰਪਲੈਕਸ ਨੂੰ, ਡਿਟੇਲ ਸਟੱਡੀ ਕਰ ਰਿਹਾ ਸੈਂਟਰਲ ਐਲੀਮੈਂਟ ਦੀ। Mn2 ਪੋਜ਼ਿਟਿਵ ਲਿਖ ਕੇ 25 ਦੀ ਜਗ੍ਹਾ 'ਤੇ ਕਿੰਨਾ ਰਹਿ ਗਿਆ 23 ਰਹਿ ਗਿਆ ਜੀ। ਕੀ ਹੋ ਗਿਆ, 2 ਇਲੈਕਟ੍ਰੋਨ ਜਿਹੜੇ ਨਿਕਲੇ ਨੇ ਸਭ ਤੋਂ ਆਊਟਰ ਨਿਕਲਦੇ ਹੁੰਦੇ ਨੇ, ਇਹ S ਦੇ ਨਿਕਲ ਗਏ ਜੀ। ਤਾਂ ਕੀ ਬਣਿਆ 3d5 4s0। ਮੈਂ ਕੀ ਸਟੈਪ ਲਵਾਂ ਅਗਲਾ 3d5 ਐਜ਼ ਇਟ ਇਜ਼ ਬਣਾ ਕੇ, ਜਿਵੇਂ ਇੱਥੇ ਬਣਾਏ ਸੀ ਸਾਰੇ ਐਜ਼ ਇਟ ਇਜ਼ ਬਣਾਉਂਗਾ ਤੇ 3d5 ਦੇ ਵਿੱਚ 5 ਇਲੈਕਟ੍ਰੋਨ ਐਜ਼ ਇਟ ਇਜ਼ ਫਿਲ ਕਰ ਦਵਾਂ। ਇੱਥੇ ਆ ਕੇ ਮੈਂ ਰੁਕ ਜੂੰਗਾ ਕਿ ਮੇਰੀ ਸਟੱਡੀ ਇੱਥੋਂ ਤੱਕ ਸੈਂਟਰਲ ਐਲੀਮੈਂਟ ਦੀ ਆ ਲਾਈਨ ਤੱਕ ਪੂਰੀ ਹੋ ਜਾਂਦੀ ਹੈ ਜੀ। ਹੋਪ ਕਿ ਤੁਹਾਨੂੰ ਸਮਝ ਆ ਗਿਆ। ਅਗਲਾ ਸਟੈਪ ਮੇਰਾ ਕੀ ਹੋਊਗਾ, ਲੀਗੈਂਡਸ ਨੂੰ ਸਟੱਡੀ ਕਰੂੰਗਾ ਕਿਉਂਕਿ ਮੈਂ ਸੈਂਟਰਲ ਐਲੀਮੈਂਟ ਲਈ ਆਹ ਸ਼ਾਰਟਕਟ ਦੱਸਿਆ ਹੋਇਆ, ਉਹਦੇ ਲਈ ਕੀ ਕਰਨਾ ਹੈ ਇੱਥੋਂ ਤੱਕ ਆਹ ਸਟੈਪ ਇੱਥੋਂ ਤੱਕ ਆਉਣਗੇ। ਉਸ ਤੋਂ ਬਾਅਦ ਕੰਮ ਆ ਜਾਂਦਾ ਕਿਹੜਾ, ਲੀਗੈਂਡਸ ਦਾ। ਲੀਗੈਂਡਸ ਦੇ ਲਈ ਤੁਹਾਨੂੰ ਆਹ ਚੀਜ਼ਾਂ ਬਣਾਈਆਂ ਹੋਈਆਂ, ਸ਼ਾਰਟਕਟ ਦਿੱਤਾ, ਉਹਨੂੰ ਅਪਲਾਈ ਕਰਦੇ ਆ। ਹੁਣ ਲੀਗੈਂਡ ਦੇਖੋ ਕਿਹੜੇ ਨੇ, ਕਲੋਰੀਨ ਹੈ ਜੀ। ਆ ਜਾਓ ਇੱਧਰ, ਕਲੋਰੀਨ ਕਿਹੜਾ ਲੀਗੈਂਟ ਹੈ, ਵੀਕ ਲੀਗੈਂਟ ਹੈ। ਅਸੀਂ ਇਹਦੀਆਂ ਕਰੈਕਟਰਿਸਟਿਕਸ ਤੁਹਾਨੂੰ ਲਿਖਾਈਆਂ ਹੋਈਆਂ ਨੇ, ਉਹ ਮੈਂ ਅਪਲਾਈ ਕਰਦਾ ਹਾਂ। ਕਲੋਰੀਨ ਲੀਗੈਂਟ ਹੈ,
ਵੀਕ ਲੀਗੈਂਡ। ਆ ਜਾਓ ਜੀ, ਨੈਵਰ ਪੇਅਰ, ਇੱਥੇ ਹੀ ਦੇਖਣਾ ਜੀ ਆਪਾਂ, ਇੱਥੋਂ ਸ਼ੁਰੂ ਹੁੰਦੀ ਹੈ ਪੇਅਰਿੰਗ, ਨਾਟ ਪੇਅਰਿੰਗ। ਅਮੋਨੀਆ ਆ ਗਿਆ ਤਾਂ ਉਹਦੇ ਕੇਸ 'ਚ ਇਵਨ ਇਲੈਕਟ੍ਰੋਨ ਨੇ ਜਾਂ ਔਡ ਇਲੈਕਟ੍ਰੋਨ ਨੇ, ਇੱਥੇ ਆ ਕੇ ਦੇਖਣਾ ਜੀ, ਪਹਿਲਾਂ ਨਹੀਂ ਦੇਖਣਾ। ਆਕਸੀਡੇਸ਼ਨ ਸਟੇਟ ਕੱਢਣ ਤੋਂ ਬਾਅਦ ਜੋ ਨੈਟ ਲਾਸਟ ਤੇ ਬਚ ਜਾਂਦੀ ਹੈ ਉੱਥੇ ਦੇਖਣਾ, ਉੱਥੇ ਆਪਣੇ ਲੀਗੈਂਡ ਦੇ ਕੰਮ ਸ਼ੁਰੂ ਹੁੰਦੇ ਨੇ। ਲੀਗੈਂਡ ਦੇ ਜਦੋਂ ਕੰਮ ਸ਼ੁਰੂ ਹੁੰਦੇ ਉਦੋਂ ਦੇਖਣਾ ਸਟਰੋਂਗ ਲੀਗੈਂਡ ਹੈ, ਵੀਕ ਲੀਗੈਂਡ ਹੈ, ਪੇਅਰਿੰਗ ਕਰੂ ਨਹੀਂ ਕਰੂ। ਅਮੋਨੀਆ ਆ ਗਿਆ ਤਾਂ ਵੀ ਦੇਖਣਾ ਪਊਗਾ, ਇਵਨ ਇਲੈਕਟ੍ਰੋਨ ਔਡ ਇਲੈਕਟ੍ਰੋਨ। ਮੰਨ ਲਓ ਹੁਣ ਇੱਥੇ ਪਹਿਲਾਂ ਮੈਂ ਗੱਲ ਕਰਦਾ ਕਿਹਦੀ, Cl ਦੀ। Cl ਕੀ ਹੈ, ਵੀਕ ਲੀਗੈਂਡ ਹੈ। ਕੀ ਲਿਖਾਇਆ, ਨੈਵਰ ਪੇਅਰ। ਉਹ ਇਹਨੂੰ ਕੋਈ ਸਿਰਦਰਦੀ ਨਹੀਂ Cl ਨੂੰ, ਇਹਨਾਂ ਨੂੰ ਪੇਅਰ ਨਹੀਂ ਕਰੂ, ਐਜ਼ ਇਟ ਇਜ਼ ਛੱਡ ਦਊਗਾ। ਆਪ ਕਿੰਨੇ 6 Cl ਲਗਾਣੇ ਨੇ, 6 ਲਗਾਣੇ ਨੇ, ਉਹਨੂੰ 6 ਐਮਪਟੀ ਔਰਬਿਟਲ ਚਾਹੀਦੇ ਨੇ। ਨੈਕਸਟ ਪਹਿਲਾ ਇਹਦੇ 'ਚ ਚੱਲ ਜੂਗਾ, ਦੂਸਰਾ 4p ਦੇ ਵਿੱਚ 3 ਚੱਲ ਜਾਣਗੇ, 2d ਚੱਲ ਜਾਣਗੇ, 6 ਹੋ ਗਏ। 1 2 3 4 5 6, 6 ਦੇ 6 ਪੂਰੇ ਹੋ ਗਏ। ਤਾਂ ਆਪਣੇ ਕੋਲੇ ਹਾਈਬ੍ਰਿਡਾਈਜੇਸ਼ਨ ਕੀ ਬਣ ਗਈ, S ਦਾ 1 ਯੂਜ਼ ਹੋਇਆ, S ਲਿਖ ਲਿਆ, P ਦੇ 3 ਯੂਜ਼ ਹੋਏ ਨੇ, P3 ਲਿਖ ਲਿਆ, D ਦੇ 2, D2 ਹੋ ਗਿਆ। ਤਾਂ ਹਾਈਬ੍ਰਿਡਾਈਜੇਸ਼ਨ ਇਜ਼ ਦਾ sp3d2 ਕੰਪਲੈਕਸ ਦੀ ਸਟੱਡੀ ਹੋ ਗਈ ਆਪਣੀ। ਹਾਈਬ੍ਰਿਡਾਈਜੇਸ਼ਨ ਇਜ਼ sp3d2। ਹੁਣ ਦੇਖੋ ਤੁਸੀਂ, ਇਹਦੇ ਵਿੱਚ ਇਨਰ ਤਾਂ ਯੂਜ਼ ਹੀ ਨਹੀਂ ਹੋਏ, ਆਊਟਰ ਯੂਜ਼ ਹੋਇਆ, ਤਾਂ ਆਊਟਰ ਕੰਪਲੈਕਸ ਹੈ, D ਬਾਰ ਯੂਜ਼ ਹੋਇਆ ਜੀ। ਸਮਝ ਆ ਗਿਆ? ਹਾਂਜੀ। ਹਾਈਬ੍ਰਿਡਾਈਜੇਸ਼ਨ ਤੋਂ ਬਾਅਦ ਇਹ ਕੀ ਨੇ, ਸਾਰੇ ਅਨਪੇਅਰਡ ਨੇ। ਅਨਪੇਅਰਡ ਨੇ ਕੀ ਹੋਣਗੇ ਜੀ, ਫਿਰ ਇਹ ਪੈਰਾਮੈਗਨੈਟਿਕ ਹੋ ਗਿਆ ਜੀ, ਇਹ ਕਲਰਲੈਸ ਹੋ ਗਿਆ ਜੀ। ਇਹ ਸਪਿਨ ਕਿੰਨੀਆਂ ਨੇ, 5 ਅਨਪੇਅਰਡ ਪਏ ਨੇ, ਹਾਈ ਸਪਿਨ ਕੰਪਲੈਕਸ ਹੋ ਗਿਆ ਜੀ। 4 ਸਟੱਡੀ ਹੋ ਗਈ ਇਹਦੀ, ਹਾਈਬ੍ਰਿਡਾਈਜੇਸ਼ਨ, ਸਪਿਨ, ਡਾਇਆਪੈਰਾ, ਕਲਰਲੈਸ। ਬੈਲੈਂਸ ਬੌਂਡ ਥਿਊਰੀ ਨੇ ਆਪਾਂ ਨੂੰ ਕੁਝ ਨਹੀਂ ਦੱਸਿਆ ਸੀ। ਇਹ ਕ੍ਰਿਸਟਲ ਦੇ ਅਕੋਰਡਿੰਗ ਜਦੋਂ ਸਟੈਪ ਬਾਏ ਸਟੈਪ ਆਪਾਂ ਲੈ ਰਹੇ ਹਾਂ ਤਾਂ ਆਪਾਂ ਨੂੰ ਸਾਰੀ ਸਟੱਡੀ ਆ ਰਹੀ ਹੈ। ਆਹੀ ਡਰਾਬੈਕ ਸੀ ਵੇਲੈਂਸ ਦਾ। ਹੁਣ ਚਾਹੇ ਵੇਲੈਂਸ ਦੇ ਅਕੋਰਡਿੰਗ ਕਹਿ ਦੇਣ, ਆਪਾਂ ਯੂਜ਼ ਕ੍ਰਿਸਟਲ ਕਰਕੇ ਈਜ਼ੀਲੀ ਆਨਸਰ ਦੇ ਸਕਦੇ ਹਾਂ। ਬ੍ਰੇਨ 'ਚ ਕੀ ਚੱਲ ਰਿਹਾ ਉਹਨਾਂ ਨੂੰ ਨਹੀਂ ਪਤਾ। ਠੀਕ ਹੈ ਜੀ, ਹੋਪ ਕਿ ਇਹ ਸਮਝ ਆ ਗਿਆ ਹੋਊਗਾ। ਉਸ ਤੋਂ ਬਾਅਦ ਇਹਦੀ ਸਟਰਕਚਰ ਬਣਾ ਦੋਗੇ। ਇਹ ਤੁਹਾਨੂੰ ਸ਼ਾਰਟਕਟ ਦੱਸਿਆ ਕਿ ਤੁਹਾਡੇ ਕੋਲੇ ਜਾਂ 4 ਵਾਲਾ ਆਊਗਾ ਜਾਂ 6 ਵਾਲਾ ਆਊਗਾ। 6 ਵਾਲਾ ਆ ਗਿਆ, 6 ਦੀ ਸਟਰਕਚਰ ਆ ਬਣ ਗਈ ਜੀ, ਆਕਟਾਹਾਈਡਰਲ ਸਟਰਕਚਰ। ਉੱਪਰ 4 ਨੈਗੇਟਿਵ ਜ਼ਰੂਰ ਪਾ ਦਿਓ ਕਿ 4 ਨੈਗੇਟਿਵ ਆ ਪਤਾ ਜੀ। ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਹੁਣ ਮੈਂ ਥੋੜਾ ਜਿਹਾ ਲੀਗੈਂਡ ਚੇਂਜ ਕਰ ਦਿੰਦਾ। ਲੀਗੈਂਡ ਮੈਂ ਕਿਹੜਾ ਕਰਦਾ ਹੈ, Cl ਦੀ ਜਗ੍ਹਾ ਤੇ ਲੈਟ Cn ਕਰਤਾ ਜੀ। Cl ਦੀ ਜਗ੍ਹਾ ਤੇ ਬਾਕੀ ਸਾਰਾ ਸੇਮ ਹੈ, Cn ਕਰਤਾ। ਆ ਜਾਓ ਇੱਧਰ, Cn ਕਿੱਥੇ ਆ ਗਿਆ, ਇਹ ਸਟੱਡੀ ਕਰਦੇ 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 ਆ ਸੀਗਾ ਜੀ, ਸਟਰੋਂਗ ਲੀਗੈਂਡ ਹੈ। ਸਾਰਾ ਸਿਸਟਮ ਚੇਂਜ ਹੋ ਗਿਆ। Cn ਨੇ ਫਿਰ ਕੀ ਕਰਨਾ ਹੈ, ਆ ਤਾਂ ਇੱਥੇ ਤੱਕ ਇੱਦਾਂ ਹੀ ਚੱਲਣਾ ਪਊਗਾ। ਇੱਥੋਂ ਮੈਂ ਸ਼ੁਰੂ ਕਰ ਦੇਣਾ, ਇੱਥੇ ਤੱਕ ਲਿਖ ਲਿਆ ਸੀ, ਇਹ ਵੀ ਮੈਂ ਐਜ਼ ਇਟ ਇਜ਼ ਲਿਖ ਲਿਆ। ਹੁਣ ਲੀਗੈਂਡ ਦੇ ਕੇਸ 'ਚ ਉਹਨੇ Cn ਨੇ ਕੀ ਕਰਨਾ, ਪੇਅਰ ਕਰਨਾ ਹੈ। ਤਾਂ ਮੇਰੀ ਆਹ ਵਾਲੀ ਜਿਹੜੀ ਲਾਈਨ ਚੇਂਜ ਹੋ ਜੂਗੀ, ਇਹਦੀ ਪੇਅਰਿੰਗ ਸ਼ੁਰੂ ਹੋ ਜੂ। ਆਹ ਕਰਤੀ Cn ਨੇ ਪੇਅਰ। 5 ਇਲੈਕਟ੍ਰੋਨ ਸੀਗੇ ਜੀ, 5 ਦਾ 2 ਇਹਦੇ 'ਚ ਆ ਗਏ, 2 ਇਹਦੇ 'ਚ ਆ ਗਏ, ਅਪ ਟੂ ਵਿੱਚ ਐਕਸਟੈਂਡ ਉਹ ਕਰ ਸਕਦੇ ਨੇ, ਕਰਤਾ, ਇੱਕ ਅਨਪੇਅਰਡ ਰਹਿ ਗਿਆ ਜੀ। Cn ਨੇ ਆਹ ਚੀਜ਼ ਕਰ ਦੇਣੀ ਹੈ, ਸਟਰੋਂਗ ਆ ਉਹ। ਫਿਰ ਕਿੰਨੇ ਨੇ Cn ਵੀ 6 ਹੋਣਗੇ, ਉਹੀ 6 ਮੈਂ ਲਗਾਤੇ। ਉਹਨਾਂ ਨੂੰ ਖਾਲੀ ਚਾਹੀਦੇ, ਐਮਪਟੀ ਚਾਹੀਦੇ ਹੁੰਦੇ ਆ। ਇੱਥੋਂ ਹੀ ਸ਼ੁਰੂ ਹੋ ਗਏ, ਐਮਪਟੀ ਮਿਲ ਗਏ। ਪਹਿਲਾਂ ਵਾਲੇ ਕੇਸ ਦੇ ਵਿੱਚ ਆ ਸਾਰੇ ਯੂਜ਼ ਹੋ ਗਏ ਸੀ, ਐਮਪਟੀ ਇੱਥੋਂ ਸ਼ੁਰੂ ਹੋਏ ਸੀ। ਹੁਣ ਉਹਨੇ ਪੇਅਰਿੰਗ ਕਰਤੀ, ਐਮਪਟੀ ਇੱਥੋਂ ਸ਼ੁਰੂ ਹੋਏ ਨੇ, ਡੀ ਇਨਰ ਡੀ ਚੋਂ, 3D ਚੋਂ। 2 ਇੱਥੇ ਯੂਜ਼ ਹੋ ਗਏ, 1 ਇੱਥੇ, 3 ਇੱਥੇ, 3 ਤੇ 3 6। ਤਾਂ ਹਾਈਬ੍ਰਿਡਾਈਜੇਸ਼ਨ ਕੀ ਆ ਗਈ ਹੁਣ ਜੀ, ਡੀ ਇਨਰ ਯੂਜ਼ ਹੋ ਗਿਆ, D² sp3। ਉਹਦੇ 'ਚ ਕੀ ਸੀਗੀ, sp3d2। ਫਰਕ ਪੈ ਗਿਆ ਜੀ ਹਾਈਬ੍ਰਿਡਾਈਜੇਸ਼ਨ ਦਾ, ਦੇਖੋ ਤੁਹਾਡੇ ਸਾਹਮਣੇ। ਹਾਈਬ੍ਰਿਡਾਈਜੇਸ਼ਨ D² sp3 ਤੇ sp3d2 ਹਾਈਬ੍ਰਿਡਾਈਜੇਸ਼ਨ ਹੋ ਗਈ। ਇਹ 'ਚ ਇਨਰ ਡੀ ਆਰਬਿਟਲ ਯੂਜ਼ ਹੋਇਆ, ਉਹਦੇ 'ਚ ਆਊਟਰ ਡੀ ਆਰਬਿਟਲ ਯੂਜ਼ ਹੋਇਆ ਜੀ। ਹੋਪ ਕਿ ਸਮਝ ਆ ਗਿਆ ਹੋਊਗਾ। ਹੁਣ ਅਨਪੇਅਰਡ ਇਲੈਕਟ੍ਰੋਨ ਦੀ ਗੱਲ ਕਰਦੇ ਆ। ਇਹਦੇ ਕੋਲ ਇੱਕੋ ਹੀ ਅਨਪੇਅਰਡ ਇਲੈਕਟ੍ਰੋਨ ਹੈ। 2 ਤੱਕ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਲੋ ਸਪਿਨ ਹੁੰਦਾ ਹੈ, ਉਸ ਤੋਂ ਬਾਅਦ ਹਾਈ ਚਲਾ ਜਾਂਦਾ ਹੈ। ਹੁਣ ਇਹਦੇ ਵਿੱਚ ਇੱਕੋ ਹੀ ਅਨਪੇਅਰਡ ਇਲੈਕਟ੍ਰੋਨ ਹੈ, ਤਾਂ ਕੀ ਬਣ ਗਿਆ, ਇਹ ਲੋ ਸਪਿਨ ਕੰਪਲੈਕਸ ਬਣ ਗਿਆ ਜੀ। ਕੀ ਬਣ ਗਿਆ, ਇਹ ਲੋ ਸਪਿਨ ਕੰਪਲੈਕਸ ਬਣ ਗਿਆ। ਉਸ ਤੋਂ ਬਾਅਦ ਇਹਦੇ ਵਿੱਚ ਇਹ ਪੈਰਾਮੈਗਨੈਟਿਕ ਹੋ ਗਿਆ, ਲੋ ਸਪਿਨ ਹੋ ਗਿਆ, ਪੈਰਾਮੈਗਨੈਟਿਕ ਹੋ ਗਿਆ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਕਲਰਡ ਵੀ ਹੋਊਗਾ ਜੀ। ਲੋ ਸਪਿਨ ਹੋ ਗਿਆ, ਪੈਰਾ ਹੋ ਗਿਆ, ਕਲਰਡ ਹੋ ਗਿਆ। 3 ਸਟੱਡੀ ਇਹਦੀ ਹੋ ਗਈ। ਤੇ ਹਾਈਬ੍ਰਿਡਾਈਜੇਸ਼ਨ ਹੋ ਗਈ, 4 ਸਟੱਡੀ ਹੋ ਗਈ। ਸਟਰਕਚਰ ਸੇਮ ਬਣੂਗੀ, Cl ਦੀ ਜਗ੍ਹਾ ਤੇ Cn ਲੱਗ ਕੇ 4 ਨੈਗੇਟਿਵ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਇੱਥੇ ਅਗਰ ਅਮੋਨੀਆ ਹੁੰਦਾ ਫਿਰ ਵੀ ਮੈਂ ਇੱਥੇ ਆ ਕੇ ਸਟੱਡੀ ਕਰਨਾ ਸੀ। ਕਿਹੜੇ ਇਲੈਕਟ੍ਰੋਨ ਨੇ, ਔਡ ਇਲੈਕਟ੍ਰੋਨ ਨੇ। 5 ਕੀ ਹੁੰਦਾ, ਔਡ ਹੋ ਜਾਂਦਾ। ਔਡ ਦੇ ਕੇਸ 'ਚ ਕੀ ਬਣ ਜਾਣਾ ਸੀ, ਵੀਕ ਬਣ ਜਾਣਾ ਸੀ। ਅਮੋਨੀਆ ਦੇ ਕੇਸ 'ਚ ਆਹੀ ਸਟੱਡੀ ਰਹਿਣੀ ਸੀ ਜੀ। ਹੋਪ ਕਿ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਹੋਊਗਾ।
ਹੁਣ ਪ੍ਰੈਕਟਿਸ ਕਰਿਓ ਮੈਕਸਿਮਮ। ਅੱਜ ਲਈ ਇੰਨਾ ਕਾਫੀ ਹੈ। ਨੈਕਸਟ ਥੋੜ੍ਹੇ ਜਿਹੇ ਹੋਰ ਵੀ ਇਹਦੇ 'ਚ ਪੁਆਇੰਟ ਨੇ, ਇਹ ਦੱਸੂਗਾ। ਇਸ ਬੇਸ ਤੇ ਹੋਪ ਕਿ ਤੁਹਾਡੇ ਕਿੰਨੇ ਮਰਜ਼ੀ ਕੁਐਸਚਨ ਆਏ ਤੁਸੀਂ ਈਜ਼ੀਲੀ ਹੈਂਡਲ ਕਰ ਸਕਦੇ ਹੋ ਅਗਰ ਆਹ ਸ਼ਾਰਟਕਟ ਤੁਹਾਨੂੰ ਕਲੀਅਰ ਹੋ ਗਿਆ। ਆਲ ਦਾ ਬੈਸਟ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।